ਜੇ ਸੋ ਚੰਦਾ ਹੋਵੇ ਸੂਰਜ ਜਿਹੜੇ ਹਜ਼ਾਰੂ ਇਤੇ ਚਾਨਣ ਹੁੰਦਿਆ ਗੁਰ ਬਿਨ ਘੋਰ ਅੰਧਾਰੂ ਚਬਰ ਸ਼ਤਰ ਤਖ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਵਡਭਾਗੀ ਹਾਂ ਇਲਾਹੀ ਬਾਣੀ ਦੇ ਹਰ ਜਸ ਨਾਲ ਜੁੜ ਕਰਕੇ ਆਪਣੇ ਮਨੁੱਖਾ ਜੀਵਨ ਨੂੰ ਗੁਰਬਾਣੀ ਦੇ ਰਾਹੀਂ ਸ਼ਬਦ ਦੀ ਗੁੜਤੀ ਦੇ ਕੇ ਸ਼ਬਦ ਦਾ ਅਮੋਲਕ ਗਿਆਨ ਦੇ ਕੇ ਇਸ ਮਨ ਨੂੰ ਜਗਾਉਣ ਦੇ ਯਤਨ ਕਰ ਰਹੇ ਹਾਂ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ੀਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਓ, ਪਿਆਰ ਸਤਿਕਾਰ ਵਿੱਚ ਭਿੱਜ ਕੇ ਬੁਲਾਓ ਜੀ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਸੰਸਾਰ ਦੇ ਅੰਦਰ ਦੁਨੀਆ ਦੇ ਅੰਦਰ ਦੋ ਚੀਜ਼ਾਂ ਦਾ ਆਪਸੀ ਗੂੜਾ ਮੇਲ ਰਿਹਾ ਹੈ, ਇੱਕ ਈਮਾਨ ਤੇ ਇੱਕ ਜ਼ਬਾਨ। ਈਮਾਨ ਨੇ ਜੋ ਆਪਣੇ ਅੰਦਰ ਕਮਾਇਆ, ਜੋ ਭਰਿਆ, ਜ਼ਬਾਨ ਨੇ ਉਸ ਨੂੰ ਵਰਤਾਇਆ ਹੈ। ਇਹਨਾਂ ਚੀਜ਼ਾਂ ਦਾ ਬੜਾ ਗੂੜਾ ਸੰਬੰਧ ਹੈ ਆਪਸ ਵਿੱਚ। ਚਾਹੇ ਉਹ ਦੁਨੀਆ ਦੇ ਅੰਦਰ ਕੋਈ ਵੀ ਧਰਮ ਹੋਵੇ, ਕੋਈ ਵੀ ਧਾਰਮਿਕ ਮਨੁੱਖ ਹੋਵੇ, ਜਿਨੇ ਈਮਾਨ ਨੂੰ ਕਮਾਇਆ ਹੈ ਉਹਦੀ ਜ਼ਬਾਨ ਨੇ ਉਸ ਚੀਜ਼ ਨੂੰ ਵਰਤਾਇਆ। ਪਰ ਇਸ ਸੰਸਾਰ ਦੇ ਅੰਦਰ, ਧਰਮ ਦੀ ਦੁਨੀਆ ਅੰਦਰ ਮਨੁੱਖ ਈਮਾਨ ਕਮਾਉਣਾ ਨਹੀਂ ਚਾਹੁੰਦਾ, ਪਰ ਜ਼ਬਾਨ ਨਾਲ ਅੱਜ ਵਰਤਾਉਣਾ ਬਹੁਤ ਚਾਹੁੰਦਾ ਹੈ। ਮਨੁੱਖ ਇਹੀ ਸੋਚਦਾ ਹੈ ਕਿ ਜਿਹੜੀ ਚੀਜ਼ ਮੁਫਤ ਵਿੱਚ, ਸਸਤੇ ਭਾਅ ਵਿੱਚ ਐਵੇਂ ਹੀ ਮਿਲ ਜਾਏ ਉਹੀ ਚੰਗਾ ਹੈ। ਈਮਾਨ ਕਮਾਉਣ ਵਾਸਤੇ ਮਨੁੱਖ ਨੂੰ ਮਿਹਨਤ ਕਰਨੀ ਪੈਣੀ ਸੀ, ਮੁਸ਼ੱਕਤ ਕਰਨੀ ਪੈਣੀ ਸੀ, ਘਾਲ ਕਮਾਈ ਕਰਨੀ ਪੈਣੀ ਸੀ, ਪਰ ਮਨੁੱਖ ਨੇ ਕਰਨ ਵਾਸਤੇ ਤਿਆਰੀ ਨਹੀਂ ਕੀਤੀ। ਜ਼ਬਾਨ ਨਾਲ ਵਰਤਾਉਣਾ ਆਰੰਭ ਕਰ ਦਿੱਤਾ। ਭਾਂਡੇ ਵਿੱਚ ਵਸਤੂ ਹੋਵੇ, ਕੜਛੀ ਕੁਝ ਵਰਤਾਉਂਦੀ ਹੈ। ਜੇ ਭਾਂਡੇ ਵਿੱਚ ਕੁਝ ਵਸਤੂ ਨਾ ਹੋਵੇ ਤੇ ਕੜਛੀ ਕੀ ਵਰਤਾਵੇਗੀ? ਭਾਂਡਾ ਖਾਲੀ ਹੋਵੇ ਤੇ ਕੜਛੀ ਦੇ ਅੰਦਰ ਕੀ ਪਾ ਸਕਦੇ? ਕੜਛੀ ਉਦੋਂ ਹੀ ਵਰਤਾਂਦੀ ਹੈ ਜਦੋਂ ਪਤੀਲੇ ਵਿੱਚ, ਉਸ ਭਾਂਡੇ, ਉਸ ਬਰਤਨ ਵਿੱਚ ਕੁਝ ਵਸਤੂ ਪਈ ਹੁੰਦੀ ਹੈ, ਤੇ ਉਹ ਕੜਛੀ ਜਦੋਂ ਭਾਂਡੇ ਵਿੱਚ ਪਾਈਦੀ ਹੈ, ਜਿਹੜੀ ਵੀ ਵਸਤੂ ਹੋਵੇ ਬਾਹਰ ਵਰਤਾਈ ਜਾਂਦੀ ਹੈ। ਜੇ ਈਮਾਨ ਨੇ ਕਮਾਇਆ ਹੀ ਨਹੀਂ ਤੇ ਜ਼ਬਾਨ ਵਰਤਾਏਗੀ ਕੀ? ਜਿਨ੍ਹਾਂ ਨੇ ਈਮਾਨ ਕਮਾਇਆ, ਇਕੱਠਿਆਂ ਕੀਤਾ, ਉਹਨਾਂ ਦੀ ਜ਼ਬਾਨ ਨੇ ਵਰਤਾਇਆ। ਜਿਨ੍ਹਾਂ ਨੇ ਭਾਂਡੇ ਵਿੱਚ ਕੁਝ ਪਾਇਆ, ਕੜਛੀ ਕੁਝ ਵਰਤਾਉਣ ਵਾਸਤੇ ਤਿਆਰ ਹੈ, ਕੀ ਵਰਤਾਏਗਾ? ਇਸੇ ਤਰ੍ਹਾਂ ਹੀ ਆਪਾਂ ਨੂੰ ਕਥਨੀ ਹੋਰ ਕਰਨੀ ਦੇ ਬਾਰੇ ਵਿਚਾਰਨ ਦਾ ਸੁਭਾਗ ਸਮਾਂ ਮਿਲਿਆ ਹੈ। ਕਰਨੀ, ਕਥਨੀ ਹੋਰ ਕਰਨੀ ਇਸੇ ਤਰ੍ਹਾਂ ਦੀ ਸੀ।
ਮਨੁੱਖ ਨੇ ਗੱਲਾਂ ਕਰਕੇ ਬਹੁਤ ਕੁਝ ਇਕੱਠਾ ਕਰ ਲਿਆ, ਗੱਲਾਂ ਕਰਕੇ ਖੁਸ਼ੀ ਲੈ ਲਈ ਸੰਸਾਰ ਦੀ। ਪਰ ਪਿਆਰਿਓ, ਗੱਲਾਂ ਦੇ ਨਾਲ ਰੱਬ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਗੱਲਾਂ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ, ਜਿੰਨੇ ਮਰਜ਼ੀ ਯਤਨ ਕਰ ਲਏ ਜਾਣ, ਕਿਉਂਕਿ ਇੱਥੇ ਕਮਾਈ ਹੈ, ਇੱਥੇ ਕੱਲੀ ਕਥਨੀ ਨਹੀਂ, ਇੱਥੇ ਕਰਨੀ ਹੈ। ਜਿਹੜੇ ਮਨੁੱਖ ਕਰਨੀ ਹੋਰ ਕਥਨੀ ਵਿੱਚ ਜਾਂ ਕਥਨੀ ਹੋਰ ਕਰਨੀ ਵਿੱਚ ਪੂਰੇ ਉਤਰ ਜਾਂਦੇ ਨੇ ਪਿਆਰਿਓ, ਉਹੀ ਅਸਲ ਵਿੱਚ ਰੱਬ ਦੀ ਤੇ ਪਰਮਾਤਮਾ ਦੀ ਖੁਸ਼ੀ ਪਾ ਸਕੇ। ਜੋ ਬਿਆਨ ਕਰ ਰਿਹਾ ਉਹਨੂੰ ਕਮਾ ਕੇ ਵਿਖਾਣਾ ਹੈ। ਗੁਰਬਾਣੀ ਵਿੱਚ ਜਿੰਨਾ ਵੀ ਮਹਾਂਪੁਰਖਾਂ ਦੀ ਬਾਣੀ ਪੜ੍ਹਨੇ ਆ, ਇਤਿਹਾਸ ਵਿੱਚ ਜਿੰਨਾ ਵੀ ਮਹਾਂਪੁਰਖਾਂ ਦਾ, ਸ਼ਹੀਦਾਂ ਦਾ, ਮਹਾਨ ਸੂਰਬੀਰਾਂ ਦਾ ਇਤਿਹਾਸ ਪੜ੍ਹਿਆ, ਜਿਨ੍ਹਾਂ ਨੇ ਇੰਨੀਆਂ ਅਥਾਹ ਕੁਰਬਾਨੀਆਂ ਦਿੱਤੀਆਂ, ਪਿਆਰਿਓ, ਕਥਨੀ ਹੋਰ ਕਰਨੀ ਵਿੱਚ ਪੂਰੇ ਤੇ ਸੂਰੇ ਬਣੇ ਸਕਦੇ ਸਨ। ਉਹ ਕਥਨੀ ਹੋਰ ਕਰਨੀ ਵਿੱਚ ਪੂਰੇ ਸਨ, ਕੋਈ ਕਮੀ ਨਹੀਂ ਸੀ, ਕੋਈ ਫਰਕ ਨਹੀਂ ਸੀ। ਉਹਨਾਂ ਨੇ ਈਮਾਨ ਨੂੰ ਇੰਨਾ ਕਮਾਇਆ ਤੇ ਜ਼ੁਬਾਨ ਦੇ ਰਾਹੀਂ ਉਹ ਗੁਨਾਹ ਨੂੰ ਵਰਤਾਉਂਦੇ ਰਹੇ। ਮੇਰੇ ਸਾਹਿਬ ਨੇ ਕਿਹਾ, ਭਲਿਆ ਜੋ ਭਾਂਡੇ ਵਿੱਚ ਵਸਤ ਪਾਵੇ ਸਾਹ ਨਿਕਲੇ, ਕਿਆ ਕੋ ਕਰੇ ਵਿਚਾਰਾ। ਤੇਰੇ ਭਾਂਡੇ ਵਿੱਚ ਉਹ ਈਮਾਨ ਨਹੀਂ ਜੋ ਤੂੰ ਦੁਨੀਆ ਨੂੰ ਦੇ ਸਕੇ। ਉਹ ਕਰਨੀ ਕਥਨੀ ਵਾਲਿਆ, ਤੇਰੇ ਜੀਵਨ ਵਿੱਚ ਉਹ ਕਰਨੀ ਨਹੀਂ ਜੋ ਦੁਨੀਆ ਨੂੰ ਇੱਕ ਚੰਗਾ ਜੀਵਨ ਦੇ ਸਕੇ। ਕਿਉਂਕਿ ਹਰ ਜਸ ਸੁਨੇ ਨਾ ਹਰ ਗੁਣ ਗਾਵੇ, ਬਾਤਨੀ ਅਸਮਾਨ ਗਰਾਵੇ। ਇਹ ਕਥਨੀ ਵਾਲੇ ਲੋਕ ਸਨ। ਕਥਨੀ ਵਾਲੇ ਲੋਕ ਰੱਬ ਦੇ ਦਰ ਤੇ ਪ੍ਰਵਾਨ ਨਹੀਂ ਹੋਏ। ਕਥਨੀ ਵਾਲਿਆਂ ਦਾ ਹਾਲਾਤ ਤਾਂ ਇਹ ਸੀ ਜਿਵੇਂ ਦੁਕਾਨ ਤੇ ਸਮਾਨ ਪਿਆ ਹੈ, ਮਾਲਕ ਨੇ ਸਮਾਨ ਗ੍ਰਾਹਕ ਨੂੰ ਵੇਚ ਦਿੱਤਾ ਤੇ ਉਹਦਾ ਮੁਨਾਫਾ 1 ਰੁਪਈਆ ਵੀ ਨਹੀਂ ਹੋਇਆ। ਕਥਨੀ ਵਾਲਿਆਂ ਦੇ ਹਾਲਾਤ ਇਦਾਂ ਦੇ ਸਨ। ਕਿੱਦਾਂ ਇਦਾਂ ਹੁੰਦਾ ਕਦੀ? ਜਦੋਂ ਮਾਲਕ ਆਪਣੀ ਵਸਤੂ ਵੇਚਦਾ ਹੈ, ਲਾਭ ਵਾਸਤੇ, ਬੈਨੀਫਿਟ ਵਾਸਤੇ, ਚੰਗੇ ਕੰਮ ਵਾਸਤੇ ਵੇਚਦਾ ਹੈ, ਕਾਰੋਬਾਰ ਨੂੰ ਵਧਾਉਣ ਵਾਸਤੇ ਵੇਚਦਾ ਹੈ। ਕਥਨੀ ਵਾਲਿਆਂ ਦੇ ਹਾਲਾਤ ਇਦਾਂ ਦੇ ਸਨ। ਉਹ ਤਾਂ ਉਦਾਹਰਨ ਦੇ ਤੌਰ ਤੇ ਮਾਲਕ ਸਮਾਨ ਵੇਚਦਾ, ਲਾਭ ਕੁਝ ਨਹੀਂ ਹੁੰਦਾ। ਗੱਲਾਂ ਕਰੀ ਜਾਂਦੇ ਨੇ ਪਰ ਲਾਭ ਕੁਝ ਨਹੀਂ। ਰਹਿ ਤੇ ਅਵਰ ਕਿਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਰਹਿਣੀ ਕੁਝ ਹੋਰ ਹੈ ਤੇ ਕਰਨੀ ਕੁਝ ਹੋਰ ਹੈ। ਕਥਨੀ ਕੁਝ ਹੋਰ ਹੈ ਤੇ ਕਰਨੀ ਕੁਝ ਹੋਰ ਹੈ। ਦੋਨਾਂ 'ਚ ਫਰਕ ਹੈ। ਪਰ ਇਹ ਦੋ ਪਹੀਏ ਸਨ ਜਿਨ੍ਹਾਂ ਨੂੰ ਮਿਲਾ ਕੇ ਚੱਲਣਾ ਸੀ। ਜਿਵੇਂ ਮਨੁੱਖ ਦੇ ਕਦਮ ਨੇ ਨਾ, ਇੱਕ ਕਦਮ ਆਪਣੇ ਤੇ ਭਾਰ ਸਾਰਾ ਝੱਲ ਲੈਂਦਾ ਤੇ ਦੂਜਾ ਤਿਆਰ ਹੋ ਜਾਂਦਾ। ਦੂਜਾ ਆਪਣੇ ਤੇ ਭਾਰ ਸਰੀਰ ਦਾ ਰੱਖ ਲੈਂਦਾ, ਫਿਰ ਪਹਿਲਾ ਕਦਮ ਤਿਆਰ ਹੋ ਜਾਂਦਾ ਹੈ। ਪਹਿਲਾ ਕਦਮ ਰੱਖਦਾ ਤੇ ਦੂਜਾ ਕਦਮ ਤਿਆਰ ਹੋ ਜਾਂਦਾ ਹੈ। ਕਥਨੀ ਹੋਰ ਕਰਨੀ ਇਸੇ ਤਰ੍ਹਾਂ ਹੀ ਸਨ। ਇਹਨਾਂ ਦੋਨਾਂ ਨੂੰ ਬਰਾਬਰ ਲੈ ਕੇ ਚੱਲਣਾ ਸੀ। ਪਰ ਇੱਥੇ ਕਿਹਾ, ਰਹਿ ਤੇ ਅਵਰ ਕਿਛ ਅਵਰ ਕਮਾਵਤ। ਜਿਹੜੀ ਸੰਸਾਰ ਦੀ ਰਹਿਣੀ ਸੀ ਕੁਝ ਹੋਰ ਸੀ, ਪਰ ਕੰਮ ਕੁਝ ਹੋਰ ਸਨ। ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਗੱਲਾਂ ਨਾਲ ਪ੍ਰੀਤ ਥੋੜੀ ਬਣਦੀ। ਗੱਲਾਂ ਨਾਲ ਤਾਂ ਨਾਤੇ ਰਿਸ਼ਤੇ ਜੁੜ ਜਾਂਦੇ ਨੇ, ਹੁਣ ਟੁੱਟ ਜਾਂਦੇ ਨੇ। ਪ੍ਰੀਤ ਤਾਂ ਪਿਆਰਿਓ ਮਨ ਦੀ ਬਣਦੀ ਹੈ। ਨੇਹ ਤਾਂ ਮਨੁੱਖ ਦਾ ਮਨ ਦਾ ਬਣਦਾ ਹੈ। ਪ੍ਰੀਤ ਤਾਂ ਹਿਰਦੇ ਤੋਂ ਬਣਦੀ ਹੈ। ਸੰਸਾਰ ਦੀਆਂ ਜਿੰਨੀਆਂ ਵੀ ਪ੍ਰੀਤਾਂ ਨੇ, ਜੇ ਕੱਲੀਆਂ ਜ਼ੁਬਾਨ ਤੇ ਰੁਕੀਆਂ ਹੋਈਆਂ ਨੇ, ਉਹ ਟੁੱਟ ਜਾਣਗੀਆਂ। ਕਿਉਂਕਿ ਜ਼ੁਬਾਨ ਦਾ ਕੰਮ ਜੋੜਨਾ ਹੋਰ ਤੋੜਨਾ ਹੈ, ਹਿਰਦੇ ਦੀ ਪ੍ਰੀਤ ਨੇ ਉਸ ਨੂੰ ਨਿਭਾਉਣਾ ਹੁੰਦਾ ਹੈ। ਰੇ ਮਨ ਐਸੀ ਹਰਸ਼ੋਂ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ। ਗੁਰਬਾਣੀ ਵਿੱਚ ਬੇਅੰਤ ਉਦਾਹਰਨਾਂ ਨੇ ਮਨਾ, ਪ੍ਰੀਤ ਮਨ ਤੋਂ ਕਰੀ। ਪਰ ਇੱਥੇ ਗੱਲਾਂ ਕਰਨ ਵਾਲੇ ਬੜੇ ਸਨ।
ਮਨ ਨਹੀਂ ਪ੍ਰੀਤ ਪਰਮੇਸ਼ਰ ਨਾਲ ਹਿਰਦੇ ਤੋਂ ਪ੍ਰੀਤ ਪਾਉਣ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁਪਾਂਤ ਕਰ। ਗਾਣ ਵਾਲੇ ਬੜੇ ਸਨ। ਨਹੀਂ ਹਰ ਹਰ ਪੀਜੈ ਰਾਮ ਰਾਜੇ, ਜਿਨ੍ਹਾਂ ਅੰਦਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ। ਲਾਭ ਕੁਝ ਨਹੀਂ। ਕਥਨੀ ਔਰ ਕਰਨੀ ਵਿੱਚ ਬੜਾ ਫਰਕ ਹੈ। ਕਥਨੀ ਦਾ ਅਰਥ ਹੁੰਦਾ ਵਿਚਾਰਾਂ, ਗੱਲਾਂ, ਸ਼ਬਦ। ਉਹਨਾਂ ਸ਼ਬਦਾਂ ਨੂੰ ਪੇਸ਼ਕਾਰੀ ਬੜੇ ਸੋਹਣੇ ਢੰਗ ਦੇ ਨਾਲ ਦੇਣੀ। ਏਦਾਂ ਦੀ ਪੇਸ਼ਕਾਰੀ ਕਰਨੀ ਕਿ ਸੁਣਨ ਵਾਲਾ ਪ੍ਰਭਾਵਿਤ ਹੋ ਜਾਂਦਾ ਸੀ, ਸੁਣਨ ਵਾਲਾ ਹੈਰਾਨ ਹੋ ਜਾਂਦਾ ਸੀ। ਪਰ ਪਿਆਰਿਓ, ਕਥਨੀ ਤਾਂ ਹੈ ਸੀ, ਕਥਾ ਤੇ ਹੈ ਸਨ। ਕਥਾ ਤੇ ਬੜੀਆਂ ਉੱਚੀਆਂ ਉੱਚੀਆਂ ਗੱਲਾਂ ਕਰਦਾ ਸੀ, ਪਰ ਜਦੋਂ ਕਰਨੀ ਵਿੱਚ ਆਉਂਦਾ ਸੀ ਕਿਰੇ ਨਾ ਕਿਰੇ ਡੋਲ ਜਾਂਦਾ ਸੀ, ਥਿੜਕ ਜਾਂਦਾ ਸੀ। ਮੇਰੇ ਸਾਹਿਬ ਨੇ ਕਿਹਾ, ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚਿਆ। ਜਿਦਾ ਮਨ ਕੁਝ ਹੋਰ ਹੈ, ਮੁਖ ਕੁਝ ਹੋਰ ਹੈ। ਭਾਵ ਮਨ ਕੁਝ ਹੋਰ ਕਰਦਾ ਪਿਆ ਹੈ, ਮਨ ਦੀਆਂ ਵਿਚਾਰਾਂ ਕੁਝ ਹੋਰ ਨੇ, ਜ਼ੁਬਾਨ ਤੋਂ ਕੁਝ ਹੋਰ ਬੋਲਦਾ ਪਿਆ, ਜ਼ੁਬਾਨ ਤੋਂ ਚੰਗੇ ਲੈਕਚਰ ਦਿੰਦਾ ਪਿਆ, ਗੁਰੂਆਂ ਦੀਆਂ ਗੱਲਾਂ ਕਰਦਾ ਹੈ, ਪਰ ਮਨ ਕਪਟ ਕਮਾ ਰਿਹਾ, ਪਖੰਡ ਕਮਾ ਰਿਹਾ। ਜਿਨ ਮਨ ਹੋਰ, ਮਨ ਕੁਝ ਹੋਰ ਹੈ। ਮਨ ਵਿੱਚ ਕਪਟ ਹੈ, ਮਨ ਵਿੱਚ ਪਖੰਡ ਹੈ, ਮਨ ਵਿੱਚ ਭਰਮ ਹੈ, ਅੰਧ ਵਿਸ਼ਵਾਸ, ਅਗਿਆਨਤਾ ਹੈ, ਚੋਰੀ ਠੱਗੀ ਪਈ ਹੋਈ ਹੈ। ਪਰ ਬਾਹਰੋਂ ਧਰਮ ਦੀਆਂ ਤਕਰੀਰਾਂ, ਧਰਮ ਦੇ ਲੈਕਚਰ ਦੇ ਰਿਹਾ। ਸਾਹਿਬ ਨੇ ਕਿਹਾ ਸੇ ਕਾਢੇ ਕੱਚਿਆ। ਉਹ ਕੱਚੇ ਮਨੁੱਖ ਨੇ। ਉਹ ਤਾਂ ਏਦਾਂ ਨੇ ਜਿਵੇਂ ਬਾਹਰੋਂ ਇੱਕ ਰੇਸ਼ਮੀ ਦੁਸ਼ਾਲੇ ਦੇ ਨਾਲ ਕੂੜੇ ਨੂੰ ਢੱਕ ਦਿੱਤਾ ਜਾਵੇ। ਉਦਾਹਰਨ ਦੇ ਰਿਹਾ, ਕੂੜੇ ਨੂੰ ਨਾ ਰੇਸ਼ਮੀ ਦੁਸ਼ਾਲੇ ਨਾਲ ਢੱਕ ਦਿੱਤਾ ਜਾਏ, ਉਹਦੀ ਬਦਬੂ, ਉਹਦੇ ਔਗਣ ਖਤਮ ਥੋੜੀ ਹੋ ਜਾਣੇ, ਉਹਦਾ ਕੂੜਾ ਖਤਮ ਥੋੜੀ ਹੋ ਜਾਣਾ। ਬਾਹਰੋਂ ਤਾਂ ਰੇਸ਼ਮੀ ਦੁਸ਼ਾਲਾ ਪਾਇਆ ਹੈ, ਪਰ ਅੰਦਰ ਕੂੜੇ ਨਾਲ ਭਰਿਆ ਪਿਆ। ਜਦੋਂ ਦੁਸ਼ਾਲਾ ਉੱਠੇਗਾ, ਕੀਮਤੀ ਕੱਪੜਾ ਚੁੱਕਿਆ ਜਾਏਗਾ, ਉਹ ਕੂੜੇ ਦਾ ਕੂੜਾ ਉਵੇਂ ਹੀ ਦਿਸੇਗਾ। ਪਿਆਰਿਓ, ਜਿਹੜੇ ਇਕੱਲੇ ਕਥਨੀ ਵਾਲੇ ਸਨ, ਕਥਾ ਕਰਨ ਵਾਲੇ ਸਨ, ਕਰਨੀ ਵਿੱਚ ਪੂਰੇ ਨਹੀਂ ਸਨ ਉਤਰੇ। ਉਹਨਾਂ ਦੇ ਹਾਲਾਤ ਜ਼ਿੰਦਗੀ ਵਿੱਚ ਏਦਾਂ ਹੀ ਵਾਪਰੇ ਸਨ। ਉਹ ਅੰਦਰ ਜ਼ਿੰਦਗੀ ਵਿਕਾਰਾਂ ਦੀ ਕੂੜੇ ਨਾਲ ਭਰੀ ਹੋਈ ਸੀ, ਬਾਹਰੋਂ ਬਸ ਉਹ ਗੱਲਾਂ ਨਾਲ ਢੱਕੇ ਹੋਏ ਸਨ, ਬਾਹਰੋਂ ਢੱਕੇ ਹੋਏ ਸਨ, ਅੰਦਰੋਂ ਭਰੇ ਹੋਏ ਸਨ ਵਿਕਾਰਾਂ ਦੇ ਨਾਲ। ਮੇਰੇ ਸਾਹਿਬ ਨੇ ਜਦੋਂ ਗੁਰਬਾਣੀ ਪੜ੍ਹਦੇ ਹਾਂ, ਮਹਾਨ ਸੂਰਬੀਰਾਂ ਦੀ ਗੁਰਬਾਣੀ ਦੀਆਂ ਵਿਚਾਰਾਂ ਪੜ੍ਹਦੇ ਹਾਂ, 35 ਮਹਾਂਪੁਰਖਾਂ ਦਾ ਜੀਵਨ ਪੜ੍ਹਦੇ ਹਾਂ, ਪਿਆਰਿਓ ਸਿਰ ਝੁਕ ਜਾਂਦਾ ਹੈ। ਇਹ ਉਹ ਸੂਰਮੇ ਸਨ ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਂ ਨਾ ਕੀਜੈ। ਇਹ ਉਹ ਮਹਾਨ ਸੂਰਬੀਰ ਸਨ, ਇਹ ਮਹਾਨ ਉਹ ਗੁਰੂ ਸਨ, ਉਹ ਭਗਤ ਸਨ, ਉਹ ਭੱਟ ਸਾਹਿਬਾਨ, ਉਹ ਗੁਰਸਿੱਖ ਸਨ, ਜਿਹੜੇ ਕਥਨੀ ਹੋਰ ਕਰਨੀ ਵਿੱਚ ਪੂਰੇ ਉਤਰਦੇ ਸਨ, ਜਿਹੜੇ ਪਹਿਲੇ ਮਰਨ ਕਬੂਲ ਜੀਵਨ ਕੀ ਛੜਿਆ, ਜਿਨ੍ਹਾਂ ਦਾ ਜੀਵਨ ਐਡਾ ਮਹਾਨ, ਇੰਨਾ ਉੱਚਾ, ਇਤਿਹਾਸ ਵਿੱਚ ਉਦਾਹਰਨ। ਕਹਿੰਦੇ ਗੁਰੂ ਅਰਜਨ ਦੇਵ ਪਾਤਸ਼ਾਹ ਸਮੇਂ 2 ਸਿੱਖ, ਭਾਈ ਲਾਲੂ ਤੇ ਭਾਈ ਨਿਹਾਲੂ ਜੀ ਹੋਏ ਨੇ। ਇਹ ਪ੍ਰਚਾਰ ਕਰਦੇ ਸਨ। ਪ੍ਰਚਾਰ ਕਰਨ ਵਾਸਤੇ ਕਿਧਰੇ ਗਏ, ਇਹਨਾਂ ਦਾ ਪ੍ਰਚਾਰ ਗੁਰਬਾਣੀ ਜਿਵੇਂ ਬਾਹਰੋਂ ਪੜ੍ਹਦੇ ਸਨ, ਉਵੇਂ ਅੰਦਰੋਂ ਭਿੱਜ ਕੇ ਗੁਰੂ ਦੇ ਪਿਆਰ ਵਿੱਚ ਇੰਨਾ ਭਿੱਜ ਕੇ, ਇੰਨੀ ਸ਼ਰਧਾ ਦੇ ਨਾਲ ਗੁਰਬਾਣੀ ਸੁਣਾਉਂਦੇ ਸਨ, ਜਿਹੜਾ ਵੀ ਸੁਣਦਾ ਸੀ ਉਹਦਾ ਹਿਰਦਾ ਭਿੱਜ ਜਾਂਦਾ ਸੀ, ਮਨ ਗੁਰਬਾਣੀ ਦੇ ਨਾਲ ਇੱਕ ਮਿਕ ਹੋ ਜਾਂਦਾ ਸੀ। ਨਾਨਕ ਲੀਨ ਪਇਓ ਗੋਬਿੰਦ ਸਿੰਘ ਜੋ ਪਾਣੀ ਸੰਗ ਪਾਣੀ, ਏਦਾਂ ਦੀ ਸਾਂਝ ਬਣ ਜਾਂਦੀ ਸੀ। ਅੰਦਰੋਂ ਇੱਕ ਰੂਪ ਹੋ ਕੇ ਐਨ ਭਿੱਜ ਕੇ ਗੁਰਬਾਣੀ ਦ੍ਰਿੜ ਕਰਵਾਉਂਦੇ ਸਨ।
ਕੁਝ ਸੰਗਤਾਂ ਨੇ ਸਵਾਲ ਕੀਤਾ ਕਿ ਬਾਣੀ ਤੁਸੀਂ ਵੀ ਪੜ੍ਹਦੇ ਹੋ, ਬਾਣੀ ਇੱਥੇ ਪਹਿਲਾਂ ਕੋਈ ਹੋਰ ਵੀ ਆ ਕੇ ਪੜ੍ਹਦੇ ਨੇ, ਪਰ ਜੋ ਤੁਹਾਡਾ ਅਸਰ ਹੁੰਦਾ ਹੈ ਉਹ ਉਹਨਾਂ ਦਾ ਅਸਰ ਨਹੀਂ ਹੁੰਦਾ। ਪਿਆਰਿਓ, ਕਥਨੀ ਹੋਰ ਕਰਨੀ ਕੀ ਹੈ? ਜੋ ਤੁਹਾਡਾ ਅਸਰ ਹੁੰਦਾ ਹੈ ਨਾ, ਉਹਨਾਂ ਦਾ ਅਸਰ ਨਹੀਂ ਹੁੰਦਾ। ਵਿਚਾਰਾਂ ਸੇਮ ਹੀ ਨੇ, ਗੱਲਾਂ ਸੇਮ ਹੀ ਨੇ, ਗੁਰਬਾਣੀ ਦੀਆਂ ਪੰਕਤੀਆਂ ਵੀ ਤੁਸੀਂ ਉਹ ਹੀ ਪੜ੍ਹਦੇ ਹੋ, ਉਹ ਵੀ ਉਹ ਪੜ੍ਹਦੇ ਨੇ, ਵਿਚਾਰਾਂ ਵੀ ਤੁਸੀਂ ਉਹ ਦਿੰਦੇ ਹੋ ਤੇ ਉਹ ਵੀ ਉਹ ਦਿੰਦੇ ਨੇ, ਪਰ ਜੋ ਤੁਹਾਡਾ ਅਸਰ ਹੁੰਦਾ ਹੈ ਜੀਵਨ ਤੇ, ਉਹਨਾਂ ਦਾ ਇੰਨਾ ਪ੍ਰਭਾਵ ਨਹੀਂ ਪੈਂਦਾ। ਸਿੱਖਾਂ ਨੇ ਇਕੱਠੇ ਹੋ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗੱਲ ਪੁੱਛੀ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ, ਮੇਰੇ ਪਿਆਰੇ ਸਿੱਖੋ, ਜਿਹੜੇ ਰੁੱਖ ਦੀਆਂ ਜੜ੍ਹਾਂ ਧਰਤੀ ਵਿੱਚ ਗੱਡੀਆਂ ਹੁੰਦੀਆਂ ਨੇ, ਉਹੀ ਰੁੱਖ ਕਿਸੇ ਨੂੰ ਛਾਂ ਦਿੰਦਾ ਹੈ, ਉਹੀ ਰੁੱਖ ਕਿਸੇ ਨੂੰ ਫੁੱਲ ਤੇ ਫਲ ਦਿੰਦਾ ਹੈ, ਉਹ ਰੁੱਖ ਕਿਸੇ ਨੂੰ ਖੁਸ਼ੀ ਤੇ ਆਨੰਦ ਦਿੰਦਾ ਹੈ ਬਹਿਣ ਵਾਲੇ ਨੂੰ। ਜਿਹੜਾ ਵੀ ਆਉਂਦਾ ਹੈ ਛਾਂ ਮਾਣਦਾ ਹੈ, ਜਿਹੜਾ ਵੀ ਆਉਂਦਾ ਫਲ ਲੈ ਕੇ ਜਾਂਦਾ ਹੈ, ਜਿਹੜਾ ਵੀ ਆਉਂਦਾ ਫੁੱਲ ਲੈ ਕੇ ਜਾਂਦਾ ਹੈ, ਪਰ ਉਹਦੀਆਂ ਜੜ੍ਹਾਂ ਧਰਤੀ ਵਿੱਚ ਗੱਡੀਆਂ ਹੁੰਦੀਆਂ ਨੇ। ਜਿੰਨੀਆਂ ਰੁੱਖ ਦੀਆਂ ਜੜ੍ਹਾਂ ਧਰਤੀ ਵਿੱਚ ਨਹੀਂ ਗੱਡੀਆਂ ਹੁੰਦੀਆਂ, ਜਿੰਨੀਆਂ ਜੜ੍ਹਾਂ ਧਰਤੀ ਵਿੱਚ ਨਹੀਂ ਹੁੰਦੀਆਂ, ਉਹ ਰੁੱਖ ਇੱਕ ਬਾਲਣ ਦਾ ਢੇਰ ਬਣਿਆ ਹੁੰਦਾ ਹੈ, ਹੋਰ ਕੁਝ ਨਹੀਂ ਹੁੰਦਾ। ਧਰਤੀ ਵਿੱਚ ਗੱਡਿਆ ਹੋਇਆ ਰੁੱਖ ਮਿੱਠੀ ਛਾਂ, ਆਨੰਦਮਈ ਫਲ ਦਿੰਦਾ ਹੈ, ਸੁੱਖ ਦਿੰਦਾ ਹੈ, ਤੇ ਜਿੰਨੀਆਂ ਜੜ੍ਹਾਂ ਧਰਤੀ 'ਚ ਨਹੀਂ ਸਨ ਗੱਡੀਆਂ, ਉਹ ਬਾਲਣ ਦਾ ਢੇਰ ਬਣਿਆ ਹੋਇਆ, ਉਹ ਸਿਰਫ ਲੱਕੜ ਬਾਲਣ ਤੋਂ ਬਿਨਾਂ ਕੁਝ ਨਹੀਂ ਦੇ ਸਕਦਾ। ਪਿਆਰਿਓ, ਜਿੰਦਾ ਹਿਰਦਾ ਪਰਮੇਸ਼ਰ ਦੇ ਨਾਲ ਇੱਕ ਮਿਕ ਹੋ ਗਿਆ ਹੈ, ਜਿਹੜਾ ਕਰਨੀ ਕਥਨੀ ਹੋਰ ਕਰਨੀ ਵਿੱਚ ਪੂਰਾ ਹੋ ਗਿਆ ਹੈ, ਉਹੀ ਕਿਸੇ ਨੂੰ ਸੁੱਖ, ਉਹੀ ਕਿਸੇ ਨੂੰ ਆਨੰਦ, ਉਹੀ ਕਿਸੇ ਨੂੰ ਪਿਆਰ, ਉਹੀ ਕਿਸੇ ਨੂੰ ਦਇਆ, ਉਹੀ ਧਰਮ, ਉਹੀ ਧੀਰਜ, ਉਹੀ ਅੰਦਰ ਦਾ ਸੰਤੋਖ ਦੇ ਸਕਦਾ ਹੈ ਜਿਹੜਾ ਕਰਨੀ ਹੋਰ ਕਥਨੀ ਵਿੱਚ ਪੂਰਾ ਹੈ। ਜਿਹੜਾ ਜੇ ਆਪ ਅਧੂਰਾ ਹੈ, ਉਹ ਕਿਸੇ ਨੂੰ ਕੀ ਦੇ ਸਕਦਾ? ਜੋ ਭਾਂਡੇ ਵਸਤ ਪਾਵੇ ਸਾਹ ਨਿਕਲੇ। ਮੈਂ ਅਰੰਭਤਾ ਇੱਥੋਂ ਕੀਤੀ ਸੀ। ਕੱਢੇਗਾ ਉਹੀ ਨਾ, ਜਿਹਦੇ ਕੋਲ ਕੁਝ ਹੈ ਉਹੀ ਦੇਗਾ। ਜੇ ਕੁਝ ਹੈ ਹੀ ਨਹੀਂ, ਉਹ ਕੀ ਦੇ ਸਕਦਾ ਹੈ? ਸੋ ਪੰਡਤ, ਸੋ ਪੜਿਆ, ਸੋ ਪੰਡਤ ਬੀਨਾ, ਜਿਨੀ ਕਮਾਣਾ ਨਾਉ, ਪਹਿਲਾਂ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਉ। ਸੋ ਪੜਿਆ, ਸੋ ਪੰਡਤ ਬੀਨਾ। ਗੁਰੂ ਸਾਹਿਬ ਕਹਿੰਦੇ ਪੜਿਆ ਉਹੀ ਹੈ, ਪੰਡਤ ਉਹੀ ਹੈ, ਜਿਨੀ ਕਮਾਣਾ ਨਾਉ। ਕਥਨੀ ਹੋਰ ਕਰਨੀ, ਪੰਡਤ ਉਹ ਨਹੀਂ ਜਿਹਨੇ ਬੋਧੀ ਰੱਖ ਲਈ, ਸਿੱਖ ਉਹ ਨਹੀਂ ਜਿਹਨੇ ਪੱਗ ਬੰਨ ਲਈ, ਚੋਲੇ ਪਾ ਲਏ, ਕੱਪੜੇ ਪਾ ਲਏ, ਬਸ ਇਹ ਨਹੀਂ। ਇੱਕ ਪਹਿਰਾਵਾ ਹੈ, ਕੱਲੀ ਪਹਿਰਾਵੇ ਦਾ ਪੰਡਤ ਨਹੀਂ, ਪਹਿਰਾਵੇ ਦੀ ਸਿੱਖੀ ਨਹੀਂ, ਜੀਵਨ ਵਿੱਚੋਂ ਕਮਾਣੀ ਹੈ, ਜੀਵਨ ਵਿੱਚੋਂ ਗੁਣ ਕਮਾਣੇ ਨੇ। ਸੋ ਪੜਿਆ, ਪੜਿਆ ਹੋਇਆ, ਸੋ ਪੰਡਤ ਬੀਨਾ, ਜਿਨੀ ਕਮਾਣਾ ਨਾਉ, ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਉ। ਪਹਿਲਾਂ ਜੜ ਅੰਦਰ ਜੰਮਦੀ ਹੈ, ਛਾਂ ਤਾਂ ਤੱਕ ਪਹੁੰਚਦੀ ਹੈ। ਪਿਆਰਿਓ, ਪਹਿਲਾਂ ਸਿੱਖੀ ਜੀਵਨ ਵਿੱਚ ਕਮਾਣੀ ਹੈ। ਸੋ ਪੰਡਤ ਜੋ ਮਨ ਪ੍ਰਬੋਧ ਹੈ, ਰਾਮ ਨਾਮ ਆਤਮ ਹੈ ਸੋਧੈ। ਸਿੱਖੀ ਸਿੱਖਿਆ ਗੁਰ ਵਿਚਾਰ ਪਹਿਲਾਂ ਆਪਣੇ ਜੀਵਨ ਵਿੱਚ ਕਮਾਣੀ ਹੈ। ਸਿੱਖੀ ਕੱਲੀ ਪੱਗ ਦੀ ਨਹੀਂ, ਸਿੱਖੀ ਕੱਲੀ ਪਹਿਰਾਵੇ ਦੀ ਮੁਤਾਜ ਨਹੀਂ। ਪਿਆਰਿਓ, ਸਿੱਖੀ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਕਥਨੀ ਹੋਰ ਕਰਨੀ ਵਿੱਚ ਪੂਰਾ ਉਤਰ ਜਾਂਦਾ ਹੈ, ਉਹਨੂੰ ਸਿੱਖ ਮੰਨਿਆ ਜਾਂਦਾ ਹੈ। ਪੰਡਤ ਕਿਹੜਾ ਹੈ? ਜੋ ਮਨ ਪ੍ਰਬੋਧ ਹੈ, ਰਾਮ ਨਾਮ ਆਤਮ ਹੈ ਸੋਧੈ। ਕੱਲੀ ਪਹਿਰਾਵੇ ਦਾ ਨਹੀਂ, ਫੌਜੀ ਕੱਲਾ ਪਹਿਰਾਵੇ ਦਾ ਨਹੀਂ, ਡਾਕਟਰੀ ਦੀਆਂ ਡਿਗਰੀਆਂ ਪਹਿਰਾਵੇ ਦੀਆਂ ਨਹੀਂ ਹੁੰਦੀਆਂ। ਪਿਆਰਿਓ, ਉਹਦੇ ਪਿੱਛੇ ਕਰਨੀ ਛੁਪੀ ਹੁੰਦੀ ਹੈ। ਜਿੱਥੇ ਡਾਕਟਰ ਨੂੰ ਯੂਨੀਫਾਰਮ ਮਿਲਦੀ ਹੈ, ਫੌਜੀ ਨੂੰ ਯੂਨੀਫਾਰਮ, ਪੁਲਿਸ ਵਾਲੇ ਨੂੰ ਯੂਨੀਫਾਰਮ ਮਿਲਦੀ ਹੈ, ਪਿੱਛੇ ਉਹਦੇ ਕਰਨੀ ਛੁਪੀ ਹੋਈ ਹੈ, ਉਹਨੇ ਕੁਝ ਕਰਕੇ ਵਿਖਾਇਆ ਹੈ। ਸੰਤ ਮਸਕੀਨ ਸਿੰਘ ਜੀ ਕਈ ਵਾਰ ਵਿਚਾਰਾਂ ਨਹੀਂ ਕਹਿੰਦੇ ਸਨ, ਗੁਰੂ ਨਾਨਕ ਦੇਵ ਪਾਤਸ਼ਾਹ ਦੀ ਵਿਚਾਰਾਂ ਦਾ ਦੁਨੀਆ ਤੇ ਪ੍ਰਭਾਵ ਕਿਉਂ ਪੈਂਦਾ ਸੀ? ਜਿੱਥੇ ਵੀ ਜਾਂਦੇ ਸਨ, ਵੱਡੇ ਵੱਡੇ ਪੀਰਾਂ ਨੂੰ ਮਿਲੇ, ਵੱਡੇ ਵੱਡੇ ਸੱਜਣ ਠੱਗ ਵਰਗਿਆਂ ਨੂੰ ਮਿਲੇ, ਕੌਡੇ ਰਾਖਸ਼ ਵਾਲਿਆਂ ਨੂੰ ਮਿਲੇ, ਵੈਸ਼ਨੂ ਸਾਧ ਵਰਗਿਆਂ ਨੂੰ ਮਿਲੇ, ਕਲਯੁਗ ਪੰਡਿਆਂ ਵਰਗਿਆਂ ਨੂੰ ਮਿਲੇ।
ਇੰਨੇ ਕਪਟੀ ਲੋਕ, ਇੰਨੇ ਪਖੰਡੀ, ਇੰਨੇ ਪਾਪੀ ਲੋਕਾਂ ਰੂਹਾਂ ਨੂੰ ਮਿਲਦੇ ਰਹੇ, ਪਰ ਗੁਰੂ ਨਾਨਕ ਦੇ ਸ਼ਬਦ ਦਾ ਪ੍ਰਭਾਵ ਇੰਨਾ ਪੈਂਦਾ ਰਿਹਾ। ਅੱਜ ਦੇ ਪ੍ਰਚਾਰਕ ਦਾ ਪ੍ਰਭਾਵ ਕਿਉਂ ਨਹੀਂ ਪੈ ਰਿਹਾ? ਇਹ ਸੰਤ ਮਸਕੀਨ ਸਿੰਘ ਕਹਿੰਦੇ ਗੁਰੂ ਨਾਨਕ ਦੀਆਂ ਵਿਚਾਰਾਂ ਦਾ ਬਾਣੀ ਉਹੀ ਹੈ, ਸ਼ਬਦ ਉਹੀ ਹੈ ਜੋ ਗੁਰੂ ਨਾਨਕ ਕਹਿ ਕੇ ਗਏ, ਤੇ ਦੁਨੀਆ ਸੰਸਾਰ ਮੰਨਣ ਲਈ ਤਿਆਰ ਹੋ ਗਿਆ। ਵੱਡੇ ਵੱਡੇ ਲੁਟੇਰੇ, ਵੱਡੇ ਵੱਡੇ ਠੱਗ ਮੰਨਣ ਲਈ ਤਿਆਰ ਹੋ ਗਏ, ਪਰ ਅੱਜ ਦਾ ਸਿੱਖ ਸ਼ਬਦ ਕਹਿ ਰਿਹਾ ਪਰ ਮੰਨਣ ਲਈ ਤਿਆਰ ਨਹੀਂ। ਕਿਉਂ ਪਿਆਰਿਓ? ਕਿਉਂਕਿ ਗੁਰੂ ਨਾਨਕ ਕਥਨੀ ਹੋਰ ਕਰਨੀ ਵਿੱਚ ਪੂਰੇ ਸਨ। ਜਿਨ ਸਿੱਧਾਂ ਨੇ ਗੁਰੂ ਨਾਨਕ ਨਾਲ ਵਿਚਾਰ ਚਰਚਾ ਕਰਦੇ ਹੋਏ ਕਿਹਾ ਨਾ, ਧੰਨ ਨਾਨਕ ਤੇਰੀ ਵੱਡੀ ਕਮਾਈ। ਵੱਡੀ ਕਮਾਈ ਕਿਉਂ? ਕਮਾਈ ਕਿਹੜੀ ਸੀ? ਉਹਨਾਂ ਕੋਲ ਪੈਸਾ ਬਹੁਤ ਸੀ, ਉਹਨਾਂ ਕੋਲ ਧਨ ਸੀ, ਉਹਨਾਂ ਕੋਲ ਗੱਡੀਆਂ ਸਨ, ਉਹਨਾਂ ਦੇ ਘਰ ਵੱਡੇ ਸਨ, ਕਿਉਂਕਿ ਉਹ ਕਰਨੀ ਹੋਰ ਕਥਨੀ ਵਿੱਚ ਪੂਰੇ ਸਨ। ਉਹਨਾਂ ਵਿੱਚ ਕਮੀ ਨਹੀਂ ਸੀ। ਉਹਨਾਂ ਨੇ ਕਿਹਾ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਕਿਹਾ ਨਾ, ਗੁਰੂ ਨਾਨਕ ਨੇ ਆਪਣੀ ਜ਼ਿੰਦਗੀ ਵਿੱਚ ਕਿਰਤ ਕਰਕੇ ਵਿਖਾਈ। ਨਾਮ ਜਪਿਆ ਨਾ, ਨਾਮ ਜਪਿਆ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਗੁਰੂ ਨਾਨਕ ਨੇ ਤਿੰਨਾਂ ਚੀਜ਼ਾਂ ਨੂੰ, ਉਪਦੇਸ਼ਾਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਆਰੰਭ ਕੀਤਾ। ਉਹਨਾਂ ਨੇ ਕਿਰਤ ਕੀਤੀ, ਨਾਮ ਵੀ ਜਪਿਆ, ਵੰਡ ਕੇ ਛਕਿਆ ਵੀ। ਫਰਕ ਨਹੀਂ ਪੈਣ ਦਿੱਤਾ। ਜਦੋਂ ਧੰਨ ਨਾਨਕ ਤੇਰੀ ਵੱਡੀ ਕਮਾਈ ਦੀ ਗੱਲ ਆਈ ਨਾ ਪਿਆਰਿਓ, ਉਦੋਂ ਆਹ ਚੀਜ਼ ਵਰਤਦੀ ਸਾਹਮਣੇ ਜ਼ਿੰਦਗੀ 'ਚ। ਗੁਰੂ ਨਾਨਕ ਦੇ ਬਚਨਾਂ ਦਾ ਪ੍ਰਭਾਵ ਕਿਉਂ ਪੈਂਦਾ ਹੈ? ਗੁਰੂ ਨਾਨਕ ਤੋਂ ਸਿੱਖੀ ਕਿਉਂ ਮੰਗੀ ਜਾ ਰਹੀ ਹੈ? ਪਿਆਰਿਓ, ਆਹੀ ਬਾਣੀ ਅੱਜ ਬਹੁਤ ਲੋਕੀ ਪੜ੍ਹ ਰਹੇ ਨੇ, ਬਹੁਤ ਪ੍ਰਚਾਰਕ ਰਾਗੀ ਸੁਣਾ ਰਹੇ ਨੇ, ਅਸਰ ਨਹੀਂ ਹੋ ਰਿਹਾ, ਫਰਕ ਨਹੀਂ ਪੈ ਰਿਹਾ। ਉਸ ਸਮੇਂ ਉਹਨਾਂ ਲੋਕਾਂ ਤੇ ਅਸਰ ਪਿਆ ਜਿਹੜੇ ਲੋਕ ਸੰਸਾਰ ਵਿੱਚ ਪਾਪ ਕਮਾਉਂਦੇ ਪਏ ਸਨ। ਸਿਰ ਝੁਕਿਆ ਉਹਨਾਂ ਦਾ। ਵੱਡੀ ਕਮਾਈ ਕਹਿਣ ਲੱਗੇ ਗੁਰੂ ਨਾਨਕ ਨੂੰ, ਕਿਉਂਕਿ ਗੁਰੂ ਨਾਨਕ ਇਸ ਜੀਵਨ ਕਾਲ ਵਿੱਚ ਪੂਰੇ ਉਤਰ ਚੁੱਕੇ ਸਨ। ਉਹਨਾਂ ਨੇ ਆਪਣੀ ਜ਼ੁਬਾਨ ਤੋਂ ਜੋ ਕਿਹਾ ਕਮਾ ਕੇ ਵਿਖਾਇਆ। ਪਰ ਦੁਨੀਆ ਦੇ ਲੋਕ ਸਨ, ਜਦੋਂ ਭੱਟ ਸਾਹਿਬਾਨ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਨਾ, ਬਰਸ ਏਕ ਫਿਰਿਓ ਕਿਨੇ ਨਾ ਪਰਚੋ ਲਾਇਓ, ਬਰਸ ਏਕ ਹੋਂ ਫਿਰਿਓ, 1 ਸਾਲ ਤੋਂ ਵੀ ਜ਼ਿਆਦਾ ਕਿਨੇ ਨਾ ਪਰਚੋ ਕਹਤਿਆਂ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਈ। ਉਹਨਾਂ ਦੇ ਲੈਕਚਰ ਸੁਨੇ ਸਨ, ਕਥਨੀ ਸੁਣੀ ਸੀ ਉਹਨਾਂ ਦੀ, ਪਰ ਕਰਨੀ ਜਦੋਂ ਵੇਖੀ, ਰਹਿਤ ਕੋ ਖੁਸ਼ੀ ਨਾ ਆਇਓ, ਕਹਤਿਆਂ ਕਹਿਤਿਓ ਸੁਣੀ। ਲੈਕਚਰ ਬਹੁਤ ਸੁਣੇ, ਤਕਰੀਰਾਂ ਬਹੁਤ ਸੁਣੀਆਂ, ਉਹਨਾਂ ਦੇ ਵੱਡੇ ਵੱਡੇ ਸਟੇਟਮੈਂਟਾਂ ਬਹੁਤ ਵੇਖੀਆਂ, ਬੜੀਆਂ ਸਟੇਟਮੈਂਟਾਂ ਉਹਨਾਂ ਨੇ ਦਿੱਤੀਆਂ, ਦੁਨੀਆ ਨੂੰ ਬੜੇ ਵੱਡੇ ਲੈਕਚਰ, ਬੜੀਆਂ ਬੜੀਆਂ ਕਹਾਣੀਆਂ ਸੁਣਾਈਆਂ, ਪਰ ਰਹਿਤ ਕੋ ਖੁਸ਼ੀ ਨਾ ਆਇਓ। ਜਦੋਂ ਕਰਨੀ ਵੇਖੀ, ਜ਼ਿੰਦਗੀ ਵਿੱਚ ਨਿਰਾਸ਼ਾ ਹੋਈ, ਖੁਸ਼ੀ ਨਹੀਂ ਮਿਲੀ। ਗੁਰੂ ਨਾਨਕ ਦੇ ਘਰ ਵਿੱਚ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਕਥਨੀ ਹੋਰ ਕਰਨੀ ਨੂੰ ਵੇਖਿਆ, ਉਹੀ ਭੱਟ ਸਾਹਿਬਾਨ ਗੁਰੂ ਨਾਨਕ ਦੀ ਸਿੱਖੀ ਹੱਥ ਫੈਲਾ ਕੇ ਮੰਗਦੇ ਪਏ। ਗੁਰੂ ਨਾਨਕ ਦੇ ਸ਼ਬਦ ਅਸਰ ਕਿਉਂ ਕਰ ਰਹੇ ਨੇ? ਕਿਉਂਕਿ ਉਹਨਾਂ ਸ਼ਬਦਾਂ ਵਿੱਚ ਸਵਾਰਥ ਨਹੀਂ, ਉਹਨਾਂ ਸ਼ਬਦਾਂ ਵਿੱਚ ਕਪਟ ਨਹੀਂ, ਕੱਲੇ ਉਹ ਜ਼ਬਾਨ ਦੇ ਸ਼ਬਦ ਨਹੀਂ, ਉਹ ਅੰਦਰੋਂ ਸ਼ਬਦ ਨਿਕਲਦੇ ਪਏ ਨੇ, ਜ਼ਿੰਦਗੀ ਦੀ ਪ੍ਰੈਕਟੀਕਲ ਚੋਂ ਨਿਕਲਦੇ ਪਏ ਨੇ। ਗੁਰੂ ਨਾਨਕ ਨੇ ਉਹਨਾਂ ਦੀ ਸ਼ਬਦਾਂ ਦੀ ਪ੍ਰੈਕਟਿਸ ਆਪਣੀ ਜ਼ਿੰਦਗੀ 'ਚ ਖੁਦ ਆਪ ਪਹਿਲਾਂ ਕੀਤੀ ਹੈ। ਪਿਆਰਿਓ, ਡਾਕਟਰ ਇਲਾਜ ਉਹਨਾਂ ਦਾ ਹੀ ਕਰਦਾ ਜਿਹਨੇ ਪਹਿਲਾਂ ਖੁਦ ਆਪਰੇਸ਼ਨ ਕਿਸੇ ਦਾ ਕਰਕੇ ਪਹਿਲਾਂ ਆਪਰੇਸ਼ਨ ਦੀ ਪ੍ਰੈਕਟਿਸ ਕੀਤੀ ਹੈ, ਪਹਿਲਾਂ ਇਲਾਜ ਕਰਨ ਦੀ ਸਟੱਡੀ ਕੀਤੀ ਹੈ। ਆਪਰੇਸ਼ਨ ਉਹ ਹੀ ਕਰਦਾ ਹੈ। ਆਮ ਅਨਪੜ੍ਹ ਬੰਦਾ ਵੀ ਆਪਰੇਸ਼ਨ ਕਰਦਾ ਕਿਸੇ ਦਾ ਦੇਖਿਆ, ਇਲਾਜ ਕਰਦਾ ਦੇਖਿਆ? ਡਾਕਟਰ ਉਹਨਾਂ ਦਾ ਇਲਾਜ ਕਰਦਾ ਹੈ। ਡਾਕਟਰ ਉਹੀ ਇਲਾਜ ਕਰ ਸਕਦਾ ਹੈ ਜਿਹਨੇ ਆਪਣੀ ਜ਼ਿੰਦਗੀ 'ਚ ਪ੍ਰੈਕਟਿਸ ਕੀਤੀ ਹੈ, ਜਿਹਨੇ ਗਿਆਨ ਪ੍ਰਾਪਤ ਕੀਤਾ। ਗੁਰੂ ਨਾਨਕ ਨੇ ਇਹਨਾਂ ਨੂੰ ਸ਼ਬਦਾਂ ਨੂੰ ਪ੍ਰੈਕਟੀਕਲ ਜ਼ਿੰਦਗੀ 'ਚੋਂ ਬਚਿਆ, ਆਪਣੀ ਜ਼ਿੰਦਗੀ 'ਚ ਪ੍ਰੈਕਟਿਸ ਕੀਤੀ, ਪ੍ਰੈਕਟੀਕਲ ਰੂਪ ਵਿੱਚ ਜਦੋਂ ਵਿਚਰਦਿਆਂ ਹੋਇਆਂ ਸ਼ਬਦਾਂ ਨੂੰ ਬਿਆਨ ਕੀਤਾ। ਉਹਨਾਂ ਨੇ ਸ਼ਬਦਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਮਾਇਆ ਹੈ। ਉਹ ਸ਼ਬਦ ਗੁਰੂ ਨਾਨਕ ਦੀ ਲਾਈਫ ਦੇ ਨੇ, ਜ਼ਿੰਦਗੀ ਨੇ, ਆਪਣੀ ਜ਼ਿੰਦਗੀ 'ਚੋਂ ਹਟਾ ਕੇ ਬਿਆਨ ਕਰਦੇ ਨੇ। ਜੇ ਇੱਕ ਓਂਕਾਰ ਕਹਿੰਦੇ ਪਏ ਨੇ, ਰੱਬ ਇੱਕ ਹੈ, ਤੇ ਉਹ ਪਹਿਲਾਂ ਇੱਕ ਦੀ ਸ਼ਰਨ ਵਿੱਚ ਆ ਚੁੱਕੇ ਨੇ, ਪਹਿਲਾਂ ਇੱਕ ਦੇ ਕੋਲ ਆ ਚੁੱਕੇ ਨੇ। ਤੇਰਾ ਏਕ ਨਾਮ ਤਾਰੇ ਸੰਸਾਰ ਮੈਂ, ਇਹ ਆਸ ਇਹੋ ਅਤਾਰ। ਜੇ ਇੱਕ ਨਾਲ ਜੁੜਦੇ ਪਏ ਨਾ, ਇੱਕ ਨਾਲ ਜੁੜ ਚੁੱਕੇ ਨੇ। ਜੇ ਨਿਰਭਉ ਦੀ ਬਾਤ ਗੁਰੂ ਨਾਨਕ ਪਾਤਸ਼ਾਹ ਪਾ ਰਹੇ ਨੇ, ਉਹ ਜ਼ਿੰਦਗੀ ਨਿਰਭਉ ਬਣਾ ਚੁੱਕੇ ਨੇ ਆਪਣੀ। ਕੱਲੀ
ਮਨੁੱਖ ਕਥਨੀ ਤੱਕ ਨਾ ਰਹਿ ਜਾਵੇ। ਗੁਰੂ ਨਾਨਕ ਨੇ ਸਾਹਿਬ ਨੇ ਆਪਣੀ ਜ਼ਿੰਦਗੀ ਵਿੱਚ ਜਿੱਥੇ ਕਥਿਆ ਉੱਥੇ ਕਰਕੇ ਵਿਖਾਇਆ। ਤੇ ਜਦੋਂ ਕਥਨੀ ਵੇਖੀ, ਜਦੋਂ ਗੁਰੂ ਨਾਨਕ ਸਾਹਿਬ ਦੀ ਕਰਨੀ ਵੇਖੀ, ਜਿਸ ਵੀ ਗੁਰੂ ਸਾਹਿਬ ਦੀ ਜਦੋਂ ਇਹ ਕਰਨੀ ਕਥਨੀ ਵੇਖੀ ਤੇ ਸਿਰ ਝੁਕਦਾ ਪਿਆ ਸੀ। ਇਹ ਬਾਣੀ ਕਥਨੀ ਹੋਰ ਕਰਨੀ ਵਿੱਚੋਂ ਨਿਕਲਦੀ ਪਈ ਹੈ, ਪਰ ਅੱਜ ਦੇ ਜੀਵਨ ਵਿੱਚ ਕਮਾਈ ਘਟ ਜਾ ਰਹੀ ਹੈ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ, ਖਾਂਡ ਖਾਂਡ ਕਹਿ ਜੀਵਾ ਨਾ ਸਵਾਦ, ਮਿੱਠੋ ਆਵੇ ਅਗਨ ਅਗਨ ਕਹਿ ਸ਼ੀਤ ਨਾ ਬਨਾਸ਼। ਖੰਡ ਖੰਡ ਕਹਿਣਾ ਇਹ ਕਥਨੀ ਹੈ, ਤੇ ਕਰਨੀ ਕੀ ਹੈ? ਖੰਡ ਨੂੰ ਖਾ ਲੈਣਾ, ਸਵਾਦ ਲੈਣ ਵਾਸਤੇ। ਤਵੱਜੋ ਦੇਣਾ ਪਿਆਰਿਓ, ਖਾਂਡ ਖਾਂਡ ਕਹਿ ਜੀਵਾ ਨਾ ਸਵਾਦ ਮਿੱਠੋ ਆਵੇ। ਐਵੇਂ ਸਵਾਦ ਥੋੜੀ ਆਉਣਾ। ਖੰਡ ਖੰਡ ਕਹਿਣਾ ਨਾ, ਉਹ ਇਹ ਕੱਲੀ ਕਥਨੀ ਤੱਕ ਹੈ। ਤੇ ਜਦੋਂ ਮੈਂ ਕਰਨੀ ਕਰ ਲੈ ਕੇ ਆਵਾਂਗਾ, ਆਪਣੇ ਰੂਪ ਵਿੱਚ ਜ਼ਿੰਦਗੀ ਵਿੱਚ ਲੈ ਕੇ ਆਵਾਂਗਾ, ਤੇ ਉਹ ਖੰਡ ਦੇ ਸਵਾਦ ਬਾਰੇ ਜਾਣ ਸਕਾਂਗਾ, ਖੰਡ ਨੂੰ ਖਾ ਸਕਾਂਗਾ। ਅਗਨ ਅਗਨ ਕਹਿ ਸ਼ੀਤ ਨਾ ਵਿਨਾਸ਼। ਅੱਗ ਅੱਗ ਖੈਣ ਦੇ ਨਾਲ ਠੰਡ ਥੋੜੀ ਦੂਰ ਹੋ ਜਾਣੀ ਹੈ। ਇਹ ਕੱਲੀ ਕਥਨੀ ਹੈ, ਕਰਨੀ ਨਹੀਂ ਹੈਗੀ। ਇਹ ਕਥਦਾ ਪਿਆ ਅਗਨ ਅਗਨ ਸ਼ੀਤ ਨਾ ਵਿਨਾਸ਼ ਹੈ, ਤੇ ਠੰਡ ਨੂੰ ਦੂਰ ਕਰਨ ਵਾਸਤੇ ਗਰਮ ਕੱਪੜਿਆਂ ਦੀ, ਰਜ਼ਾਈਆਂ ਦੀ, ਅੱਗ ਦੀ ਲੋੜ ਪੈ ਗਈ। ਜਦੋਂ ਕਰਨੀ ਵਿੱਚ ਉਹਨੂੰ ਲੈ ਕੇ ਆਵੇਗਾ ਤੇ ਠੰਡ ਦੂਰ ਹੋ ਜਾਏਗੀ। ਵੈਦ ਵੈਦ ਕਹਿ ਰੋਗ ਨਾ ਮਿਟਤ ਕਹੂੰ ਕੋ, ਦਰਬੈ ਦਰਬੈ ਕਹਿ ਦਰਬ ਨਾ ਵਿਨਾਸ਼। ਵੈਦ ਵੈਦ ਕਹਿਣ ਦੇ ਨਾਲ, ਕੱਲਾ ਗੱਲਾਂ ਕਰਨ ਦੇ ਨਾਲ ਰੋਗ ਦੂਰ ਹੋ ਜਾਣਾ ਨਹੀਂ। ਦਵਾਈ ਖਾਵਾਂਗਾ, ਉਹਨੂੰ ਕਰਨੀ 'ਚ ਲੈ ਕੇ ਆਵਾਂਗਾ, ਤਾਂ ਦਵਾਈ ਖਾ ਕੇ ਮੇਰਾ ਰੋਗ ਠੀਕ ਹੋ ਸਕਦਾ। ਧੰਨ ਧੰਨ ਕਹਿਣ ਦੇ ਨਾਲ ਧਨ ਦੀ ਪ੍ਰਾਪਤੀ ਹੈ। ਜੇ ਕੱਲਾ ਧੰਨ ਧੰਨ ਕਹਿਣ ਦੇ ਨਾਲ ਧਨ ਮਿਲ ਜਾਂਦਾ, ਪ੍ਰਾਪਤੀ ਹੈ। ਉਸ ਕੱਲਾ ਗੱਲਾਂ ਕਰਨ ਦੇ ਨਾਲ, ਕੱਲਾ ਕਥਨ ਦੇ ਨਾਲ ਮਿਲ ਨਹੀਂ ਜਾਣਾ। ਉਹਨੂੰ ਕਰਨੀ ਰੂਪ ਲੈ ਕੇ ਆਉਣਾ ਪੈਣਾ ਹੈ, ਪ੍ਰੈਕਟੀਕਲ ਰੂਪ ਲੈ ਕੇ ਆਉਣਾ ਪੈਣਾ ਹੈ, ਪ੍ਰੈਕਟਿਸ ਕਰਨੀ ਪੈਣੀ ਹੈ। ਉਹ ਕਰਨੀ ਕਰਕੇ ਵਿਖਾਣੀ ਪੈਣੀ ਹੈ। ਜੇ ਧਨ ਕਮਾਣਾ ਪੈ, ਚੰਦਨ ਚੰਦਨ ਕਹਿ ਪ੍ਰਗਟਿਓ ਨਾ ਸੁਵਾਸ ਬਾਸ, ਚੰਦ ਚੰਦ ਕਹਿ ਉਜਾਰੇ ਉਜਾ ਪ੍ਰਕਾਸ਼ ਹੈ। ਚੰਦਨ ਚੰਦਨ ਕਹਿ ਦੇਣਾ, ਖੁਸ਼ਬੂ ਮਿਲ ਜਾਂਦੀ। ਜਿੰਨੀ ਮਰਜ਼ੀ ਖੁਸ਼ਬੂ ਕਹੀਓ ਮਿਲ ਜਾਏਗੀ। ਖੁਸ਼ਬੂ ਲੈਣ ਵਾਸਤੇ ਕੱਲਾ ਗੱਲਾਂ ਕਰਨ ਨਾਲ ਖੁਸ਼ਬੂ ਨਹੀਂ ਮਿਲ ਜਾਣੀ। ਖੁਸ਼ਬੂ ਪਾਉਣ ਵਾਸਤੇ ਤੈਨੂੰ ਉਦਮ ਕਰਨਾ ਪੈਣਾ ਹੈ, ਕਰਨੀ ਪੈਣੀ ਹੈ। ਕੱਲਾ ਕਥਨ ਦੇ ਨਾਲ ਨਹੀਂ, ਗੱਲਾਂ ਕਰਨ ਦੇ ਨਾਲ ਨਹੀਂ। ਖੁਸ਼ਬੂ ਪਾਉਣ ਵਾਸਤੇ ਤੈਨੂੰ ਕੁਝ ਕਰਨਾ ਪੈਣਾ ਹੈ, ਉਦਮ ਕਰਨਾ ਪੈਣਾ ਹੈ। ਉਸ ਰਸ ਤੱਕ, ਉਸ ਖੁਸ਼ਬੂ ਤੱਕ ਪਹੁੰਚਣਾ ਪੈਣਾ ਹੈ। ਚੰਦ ਚੰਦ ਕਹਿਣ ਨਾਲ ਪ੍ਰਕਾਸ਼ ਥੋੜੀ ਹੋ ਜਾਣਾ, ਏਦਾਂ ਪ੍ਰਕਾਸ਼ ਥੋੜੀ ਹੋ ਜਾਣਾ। ਇਹ ਭਾਈ ਗੁਰਦਾਸ ਜੀ ਨੇ ਉਦਾਹਰਨਾਂ ਦਿੱਤੀਆਂ ਨੇ ਕਿ ਮਨੁੱਖ ਦੀ ਕਥਨੀ ਹੋਰ ਕਰਨੀ ਵਿੱਚ ਕੀ ਫਰਕ ਹੈ। ਜੇ ਏਦਾਂ ਕਹਿਣ ਦੇ ਨਾਲ ਚੀਜ਼ ਦੀ ਪ੍ਰਾਪਤੀ ਹੋ ਜਾਂਦੀ, ਤਾਂ ਮਨੁੱਖ ਨੂੰ ਦੁਨੀਆ ਵਿੱਚ ਕੁਝ ਕਰਨ ਦੀ ਲੋੜ ਹੀ ਨਹੀਂ ਪੈਣੀ ਸੀ। ਜੇ ਖੰਡ ਕਹਿਣ ਨਾਲ ਮੂੰਹ ਮਿੱਠਾ ਹੋ ਜਾਂਦਾ, ਤੇ ਫਿਰ ਪਿਆਰੇ ਉਦਮ ਕਰਨ ਦੀ ਲੋੜ ਪੈਣੀ ਸੀ। ਜੇ ਧਨ ਧਨ ਕਹਿਣ ਨਾਲ ਧਨ ਦੀ ਪ੍ਰਾਪਤੀ ਹੋ ਜਾਂਦੀ, ਤਾਂ ਦੁਨੀਆ ਨੇ ਅਮੀਰ ਹੋ ਜਾਣਾ ਸੀ। ਜੇ ਖੁਸ਼ਬੂ ਕਹਿਣ ਦੇ ਨਾਲ ਖੁਸ਼ਬੂ ਮਿਲ ਜਾਂਦੀ, ਤਾਂ ਫਿਰ ਦੁਨੀਆ ਨੂੰ ਇੰਨਾ ਖਰਚਾ, ਇੰਨਾ ਉਜਾੜਾ ਕਰਨ ਦੀ ਲੋੜ ਹੀ ਨਹੀਂ ਸੀ ਪੈਣੀ। ਗੁਰੂ ਭਗਤ ਭਾਈ ਗੁਰਦਾਸ ਜੀ ਨੇ ਜੋ ਉਦਾਹਰਨਾਂ ਦਿੱਤੀਆਂ, ਇਹ ਉਦਾਹਰਨਾਂ ਕਵਿਤ ਦੀਆਂ ਦੇਖ ਕੇ ਸਮਝਾਇਆ ਕਥਨੀ ਹੋਰ ਕਰਨੀ ਵਿੱਚ ਸਿੱਖ ਦਾ ਜੀਵਨ ਕਿੱਦਾਂ ਵਿਚਰਦਾ ਹੈ। ਜੇ ਮਿੱਠਾ ਮੂੰਹ ਕਰਨਾ ਹੈ ਨਾ, ਖੰਡ ਕੋਲ ਜਾਣਾ ਪੈਣਾ, ਉਦਮ ਕਰਨਾ ਪੈਣਾ ਹੈ, ਕੱਲਾ ਕਹਿਣ ਦੇ ਨਾਲ ਨਹੀਂ। ਜੇ ਠੰਡ ਦੂਰ ਕਰਨੀ ਹੈ ਤੇ ਅੱਗ ਬਾਲਣੀ ਪੈਣੀ, ਉਦਮ ਕਰਨਾ ਪੈਣਾ ਹੈ। ਜੇ ਰੋਗ ਦੂਰ ਕਰਨਾ ਤੇ ਦਵਾਈ ਤੱਕ ਪਹੁੰਚਣਾ ਪੈਣਾ ਹੈ। ਜੇ ਧਨ ਮੰਨਣਾ ਹੈ, ਜੇ ਅਮੀਰੀ ਦਾ ਸੁੱਖ ਮੰਨਣਾ ਹੈ, ਤੇ ਮਿਹਨਤ ਕਰਨੀ ਪੈਣੀ ਹੈ। ਗੱਲਾਂ ਕਰਨ ਵਾਲਿਆ, ਕੁਝ ਕਰਕੇ ਵਿਖਾਉਣਾ ਪੈਣਾ ਹੈ। ਕਥਨੀ ਹੋਰ ਕਰਨੀ ਵਿੱਚ ਪੂਰਾ ਹੋਣਾ ਪੈਣਾ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਗੱਲਾਂ ਕਰਕੇ ਨੇੜੇ ਦੂਰ ਥੋੜੀ ਹੁੰਦਾ, ਮਨੁੱਖ ਆਪਣੇ ਕਰਮਾਂ ਕਰਕੇ ਹੁੰਦਾ। ਯਾਦ ਰੱਖਣਾ ਪਿਆ, ਗੱਲਾਂ ਕਰਕੇ ਨੇੜੇ ਹੋਰ ਦੂਰਤਾ ਦੀ ਗੱਲ ਹੀ ਨਹੀਂ। ਮਨੁੱਖ ਕਰਮਾਂ ਕਰਕੇ ਦੂਰ ਹੋਰ ਨੇੜੇ ਹੁੰਦਾ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਗੱਲਾਂ ਕਰਕੇ ਨਹੀਂ, ਕਰਮਾਂ ਕਰਕੇ।
ਵੱਡਾ ਕੌਣ ਹੈ, ਛੋਟਾ ਕੌਣ ਹੈ? ਗੁਰੂ ਨਾਨਕ ਨੇ ਬੜਾ ਸੋਹਣਾ ਜਵਾਬ ਦਿੱਤਾ। ਜਦੋਂ ਮੱਕੇ ਦੇ ਹਾਜੀਆਂ ਨੇ ਕੁਛ ਨਹੀਂ ਕੀਤਾ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਕੇ ਹਾਜੀਆਂ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ। ਕਥਨੀ ਹੋਰ ਕਰਨੀ ਕਿੱਦਾਂ ਦੀ? ਜੇ ਜ਼ਿੰਦਗੀ ਵਿੱਚ ਹੈ, ਬਾਹਰ ਵੇਖਦੇ ਨਹੀਂ ਕਿਰੇ, ਗੱਲੀ ਅਸੀਂ ਚੰਗੀਆਂ, ਗੱਲਾਂ ਨਾਲ ਚੰਗਾ, ਆਚਾਰੀ ਬੁਰੀਆਂ, ਗੱਲਾਂ ਨਾਲ ਚੰਗਾ ਨਾ ਬਣ ਜਾਵੀਂ, ਗੱਲਾਂ ਨਾਲ ਸੋਹਣਾ ਨਾ ਬਣ ਜੀ, ਕਿਰੇ ਇਹ ਨਾ ਹੋਵੇ ਕਿ ਆਚਰਣ ਤੇਰਾ ਮਲੀਨ ਹੋਵੇ। ਜੋ ਗੱਲਾਂ ਕਹਿ ਰਹੇ ਆ ਨਾ, ਜੋ ਗੱਲਾਂ ਨੇ ਬਿਆਨ ਕਰ ਰਹੇ, ਜੀਵਨ ਦਾ ਆਚਰਣ, ਜੀਵਨ ਦਾ ਕਿਰਦਾਰ ਵੀ ਪਿਆਰਿਆ ਉਦਾਂ ਰੱਖੀ। ਭਾਈ ਡੱਲਾ ਕਹਿੰਦਾ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਇਹ ਦੁੱਖ ਵਾਲਾ ਸਮਾਂ ਨਹੀਂ ਸੀ ਵੇਖਣਾ ਪੈਣਾ ਜੇ ਮੈਂ ਤੁਹਾਡੇ ਨਾਲ ਹੁੰਦਾ। ਦਮਦਮਾ ਸਾਹਿਬ ਦੀ ਧਰਤੀ ਤੇ ਡੱਲਾ ਹੰਕਾਰ ਵਿੱਚ ਬਹੁਤ ਕੁਝ ਕਹਿ ਗਿਆ। ਜੇ ਮੈਂ ਤੁਹਾਡੇ ਨਾਲ ਹੁੰਦਾ, ਇਤਿਹਾਸ ਦੇ ਵਰਕੇ ਕੁਝ ਹੋਰ ਹੋਣੇ ਸਨ, ਪੰਨੇ ਕੁਝ ਹੋਰ ਹੋਣੇ ਸਨ, ਇਕਰਾਂ ਕਿਰੇ ਮੇਰਾ ਸਾਥ ਹੁੰਦਾ ਤੁਹਾਡੇ ਨਾਲ। ਪਰ ਪਿਆਰਿਓ, ਇੰਨੇ ਚਿਰ ਨੂੰ ਪਰਖਣ ਵਾਲਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ ਕੋਈ ਸੇਵਾਦਾਰ ਆਪਣੀ ਭੇਟਾ ਦੇਣ ਲਈ ਆਇਆ ਹੈ, ਤੇ ਉਹਨੇ ਭੇਟਾ ਕੀ ਕੀਤੀ? ਬੰਦੂਕ ਭੇਟਾ ਕੀਤੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ, ਡੱਲਿਆ, ਅੱਜ ਇੱਕ ਪਰਖ ਦੀ ਲੋੜ ਹੈ, ਮੈਂ ਉਹਨਾਂ 13 ਸੂਰਬੀਰਾਂ ਬਹਾਦਰਾਂ ਨੂੰ ਵੇਖਣਾ ਚਾਹੁੰਦਾ ਵਾਂ, ਮੈਂ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਪਰਖਣਾ, ਆਪਣਾ ਸੂਰਬੀਰ ਖੜਾ ਕਰ। ਜਦੋਂ ਸੂਰਬੀਰ ਯੋਧਿਆਂ ਦੀ ਗੱਲ ਆਈ ਤੇ ਸਾਰਿਆਂ ਦੀਆਂ ਧੌਣਾਂ ਚੁੱਕ ਗਈਆਂ, ਕੋਈ ਵੀ ਅੱਗੇ ਤਿਆਰ ਨਾ ਹੋਇਆ। ਪਰ ਪਿਆਰਿਓ, ਜਦੋਂ ਪਿਓ ਪੁੱਤਰਾਂ ਨੂੰ ਆਵਾਜ਼ ਵੱਜੀ, ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਜੀ ਅੱਗੇ ਆ ਕੇ ਖਲੋ ਗਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਹਿੰਦੇ ਨੇ, ਪਾਤਸ਼ਾਹ, ਤੇਰੀ ਗੋਲੀ ਦਾ ਨਿਸ਼ਾਨਾ, ਤੇਰੀ ਬੰਦੂਕ ਦਾ ਨਿਸ਼ਾਨਾ ਸਾਡੀ ਛਾਤੀ, ਸਾਡੀ ਹਿੱਕ ਵਿੱਚ ਵੱਜਣਾ ਚਾਹੀਦਾ ਹੈ। ਤੇਰੀ ਬੰਦੂਕ ਦਾ ਵਾਰ ਖਾਲੀ ਨਹੀਂ ਜਾਣਾ ਚਾਹੀਦਾ। ਜਦੋਂ ਡੱਲੇ ਦੇ ਸੂਰਬੀਰਾਂ ਨੇ ਵੇਖਿਆ, ਸਿੱਖਾਂ ਦੀ ਬਹਾਦਰੀ ਵੇਖੀ, ਡੱਲੇ ਦੀ ਧੌਣ ਗਰਦਨ ਚੁੱਕ ਗਈ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਹਨਾਂ ਸਿੱਖਾਂ ਨੂੰ ਗਲ ਵਕੜੀ ਨਾਲ ਲਾ ਕੇ ਕਿਹਾ, ਡੱਲਿਆ, ਉਹਨਾਂ ਸਿੱਖਾਂ ਨੂੰ ਗਲ ਨਾਲ ਲਾ ਕੇ ਕਿਹਾ, ਕਿਉਂਕਿ ਜ਼ਿੰਦਗੀ ਵਿੱਚ ਮਨੁੱਖ ਕਹਿ ਕੁਝ ਹੋਰ ਜਾਂਦਾ ਹੈ। ਬੜੀ ਵਾਰੀ ਜ਼ਿੰਦਗੀ ਇਦਾਂ ਦੀ ਹੁੰਦੀ ਹੈ ਕਿ ਮਨੁੱਖ ਕਹਿੰਦਾ ਕੁਝ ਹੋਰ ਹੈ ਤੇ ਕਰ ਕੁਝ ਹੋਰ ਪਿਆ ਹੈ। ਜਦੋਂ ਉਹੀ ਸਿੱਖਾਂ ਨੇ ਵਾਰ ਬੰਦੂਕ ਦਾ, ਗੋਲੀ ਦਾ, ਬੰਦੂਕ ਦਾ ਵਾਰ ਆਪਣੀ ਛਾਤੀ, ਆਪਣੇ ਸਰੀਰ ਉੱਤੇ ਮੰਗ ਕੀਤੀ ਤੇ ਪਿਆਰਿਓ, ਡੱਲੇ ਦੀ ਜ਼ੁਬਾਨ ਤੇ ਤਾਲਾ ਲੱਗ ਗਿਆ ਤੇ ਬੁੱਲਾਂ ਉੱਤੇ ਸਿਕਰੀ ਆ ਗਈ ਹੈ, ਬੋਲ ਨਹੀਂ ਸਕਿਆ ਕੁਝ। ਵੀਰ ਸਿੰਘ ਤੇ ਧੀਰ ਸਿੰਘ ਨੂੰ ਗਾਲਾਂ ਲਾ ਕੇ ਡਲਿਆ, ਇਹ ਮੇਰੇ ਉਹ ਸਿੱਖ ਨੇ, ਇਹ ਮੇਰੇ ਉਹ ਬਹਾਦਰ ਸੂਰਮੇ ਨੇ ਜਿਹੜੇ ਕਥਨੀ ਹੋਰ ਕਰਨੀ ਵਿੱਚ ਪੂਰੇ ਉਤਰੇ ਨੇ। ਮੇਰੇ ਸਿੱਖ ਕੱਲੀ ਗੱਲਾਂ ਵਾਲੇ ਨਹੀਂ ਹੈਗੇ, ਤੂੰ ਗੱਲਾਂ ਬਹੁਤ ਕਰਦਾ ਪਿਆ ਸਾਂ, ਪਰ ਤੂੰ ਸੂਰਬੀਰਾਂ ਦੀਆਂ ਬਾਤਾਂ ਬਹੁਤ ਸੁਣਾਉਣਾ ਪਿਆ ਸਾਂ, ਪਰ ਜਦੋਂ ਗੱਲ ਪਰਖਣ ਦੀ ਆਈ ਹੈ, ਤੇਰਾ ਇੱਕ ਵੀ ਬਹਾਦਰ ਖੜਾ ਨਹੀਂ ਹੋਇਆ। ਮੇਰੀ ਇੱਕ ਜ਼ੁਬਾਨ ਤੇ ਮੇਰੇ ਬਹਾਦਰ ਸੂਰਮੇ ਆਪਣੀ ਜਾਨ ਨੂੰ ਨਿਸ਼ਾਵਰ ਕਰਨੇ ਖਲੋਤੇ ਨੇ। ਕਿਉਂ? ਕਿਉਂਕਿ ਇਹ ਕਥਨੀ ਹੋਰ ਕਰਨੀ ਵਿੱਚ ਪੂਰੇ ਨੇ। ਇਹ ਚੀਜ਼ ਨੂੰ ਵੇਖਦਿਆਂ ਹੈ ਡੱਲੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲ ਸਿੱਖ ਅੰਮ੍ਰਿਤ ਛਕ ਕੇ ਤੇ ਸਿੰਘ ਬਣਿਆ, ਡੱਲਾ ਸਿੰਘ ਬਣ ਗਿਆ, ਗੁਰੂ ਦੀ ਸਿੱਖੀ ਲੈ ਲਈ। ਜਦੋਂ ਐਵੇਂ ਦੇ ਮਹਾਨ ਸੂਰਬੀਰਾਂ ਦਾ ਜੀਵਨ ਵੇਖਿਆ, ਆਓ ਗੁਰੂ ਸਾਹਿਬ ਜੀ ਸਾਡੇ ਤੇ ਕਿਰਪਾ ਕਰ, ਅਸੀਂ ਵੀ ਪਿਆਰਿਓ ਕਥਨੀ ਹੋਰ ਕਰਨੀ ਵਿੱਚ ਪੂਰੇ ਉਤਰੀਏ। ਗੁਰੂ ਦੀ, ਪਰਮੇਸ਼ਰ ਦੀ, ਰੱਬ ਦੀ ਖੁਸ਼ੀ ਤਾਂ ਹੀ ਅਸੀਂ ਲੈ ਸਕਦੇ ਹਾਂ। ਹੋ ਜਾਣਗੇ ਲੋਕ ਸੁਖੀ, ਪਰਲੋਕ ਸੁਖੀ, ਨਾਨਕ ਕਰ ਪ੍ਰਭਾਪੇ ਮਿਲੇ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਬਖਸ਼ਣਹਾਰ, ਬਖਸ਼ੋ ਦਾ ਪਰਵਾਨੋ ਜੀ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।